ਬੇਟਾ ਆਪਾਂ ਕੰਟੀਨਿਊਟੀ ਕਰ ਰਹੇ ਸੀਗੇ ਇਸ ਵੀਡੀਓ ਦੇ ਵਿੱਚ ਪੁੱਤਰ ਆਪਾਂ ਕੁਝ ਫੰਕਸ਼ਨ ਦੇਖਦੇ ਹਾਂ ਕਾਮਨ ਜਿਹੜੇ ਜਿਨ੍ਹਾਂ ਦੀ ਡੋਮੇਨ ਜਾਂ ਆਪਣੀ ਡੋਮੇਨ ਤੇ ਕੰਟੀਨਿਊਸ ਹੁੰਦੇ ਆ। ਸਪੋਜ਼ ਕਰੋ ਮੈਂ ਸਭ ਤੋਂ ਪਹਿਲਾਂ ਲੈ ਰਿਹਾ ਹਾਂ ਕਾਂਸਟੈਂਟ ਫੰਕਸ਼ਨ। ਜਿਹੜਾ ਕਾਂਸਟੈਂਟ ਫੰਕਸ਼ਨ ਕੀ ਹੈ, ਦੇਖੋ x ਦੀ ਕੋਈ ਵੀ f(x) = 5 ਲਿਆ ਮੈਂ, ਤਾਂ ਇਹਦੇ ਵਿੱਚ x ਦੀ ਕੋਈ ਵੀ ਵੈਲਿਊ ਹੋਏਗੀ, ਕੁਛ ਵੀ ਪੁੱਟ ਕਰੋ ਤਾਂ ਫੰਕਸ਼ਨ ਦੀ ਓਵਰਆਲ ਵੈਲਿਊ ਜਿਹੜੀ ਆਪਾਂ ਕਹਿ ਸਕਦੇ ਹਾਂ y f(x) = y, ਤਾਂ ਕਹਿ ਸਕਦੇ ਹਾਂ ਜੋ ਵੈਲਿਊ ਕੀ ਰਹੇਗੀ ਇਹਦੀ ਸੇਮ ਰਹੇਗੀ, ਕਿੰਨੀ ਰਹੇਗੀ 5 ਰਹੇਗੀ। ਤਾਂ ਇਹ x ਤੇ ਤਾਂ ਇੱਕ ਕੰਟੀਨਿਊਸ ਲਾਈਨ ਹੋਏਗੀ ਇਹਦੀ, x ਦੀ ਵੈਲਿਊ ਕੁਛ ਵੀ ਹੈ, ਸਪੋ ਜਿਵੇਂ ਆਪਾਂ ਕਹਤਾ f(x) = 5 ਹੈ ਤੇ y ਦੀ ਵੈਲਿਊ ਮੈਂ 5 ਇਸ ਲਾਈਨ ਤੇ ਸ਼ੋ ਕਰ ਦਿਆਂਗਾ, ਤਾਂ ਸਾਰੀ ਲਾਈਨ ਤੇ y ਦੀ ਵੈਲਿਊ ਕਿੰਨੀ ਹੈ 5 ਹੈ, x ਤੇ ਡਿਪੈਂਡ ਨਹੀਂ ਕਰਦੀ। ਤਾਂ ਇਹ ਹਰ ਇੱਕ ਪੁਆਇੰਟ ਤੇ ਕੀ ਹੋਏਗਾ, ਕੰਟੀਨਿਊਸ ਹੋਏਗਾ ਕਿਸੇ ਵੀ x ਦੀ ਵੈਲਿਊ ਵਾਸਤੇ। ਤਾਂ ਇਹਨੂੰ ਆਪਾਂ ਕਾਂਸਟੈਂਟ ਫੰਕਸ਼ਨ ਨੂੰ ਕੰਟੀਨਿਊਸ ਐਵਰੀਵੇਅਰ ਕਹਾਂਗੇ। ਦੂਸਰਾ ਹੈ ਪੁੱਤਰ ਪੋਲੀਨੋਮੀਅਲ ਫੰਕਸ਼ਨ। ਪਹਿਲਾਂ ਮੈਂ ਗੱਲ ਕਲੀਅਰ ਕਰਾਂ, ਵਾਟ ਇਜ਼ ਪੋਲੀਨੋਮੀਅਲ। ਪੋਲੀਨੋਮੀਅਲ ਉਹ ਹੁੰਦਾ ਜਿਹਦੇ ਵਿੱਚ ਇੱਕ ਕਿਸੇ ਵੇਰੀਏਬਲ ਦੀ ਪਾਵਰ ਹੈ ਜੋ ਸਪੋਜ਼ ਕਿੰਨੀ ਹੋਣੀ ਚਾਹੀਦੀ ਹੈ, 0 ਹੋ ਸਕਦੀ ਹੈ, 1 2 3 4 ਕਹਿ ਸਕਦੇ ਹਾਂ ਆਪਾਂ। ਨੋਨ ਨੈਗੇਟਿਵ ਇੰਟੀਜ਼ਰ ਹੋ ਸਕਦੇ ਹੈ, ਨੋਨ ਨੈਗੇਟਿਵ ਇੰਟੀਜ਼ਰ ਕਹਿ ਸਕਦੇ ਹਾਂ ਜਿਹਦੇ ਵਿੱਚ ਨੈਗੇਟਿਵ ਨੰਬਰ ਨਹੀਂ ਆਉਣਗੇ। ਤਾਂ ਇਹ ਪੋਲੀਨੋਮੀਅਲ ਫੰਕਸ਼ਨ ਹੁੰਦਾ। ਸਪੋਜ਼ ਕਰੋ ਛੋਟਾ ਐਗਜ਼ਾਮਪਲ ਇੱਕ x² + x + 1 ਪਾਵਰ 2 ਹੈ, ਇੱਥੇ 1 ਹੈ, ਇੱਥੇ ਵੈਲਿਊ 1 ਹੈ, ਤਾਂ ਇਹ ਪੋਲੀਨੋਮੀਅਲ ਹੈ। ਜੇ ਮੈਂ ਇਕੱਲਾ 1 ਕਹਿ ਦਿਆਂ, 5 ਕਹਿ ਦਿਆਂ, ਕਾਂਸਟੈਂਟ ਫੰਕਸ਼ਨ ਹੋ ਜਾਏਗਾ। ਸਪੋਜ਼ ਕਰੋ 5 ਲਿਆ ਆਪਾਂ, ਐਕਚੁਅਲੀ 5 ਵੀ ਕੀ ਹੈ, x ਦੀ ਪਾਵਰ 0 ਹੈ, ਤਾਂ ਇਹਨੂੰ 5 ਨੂੰ ਵੀ ਆਪਾਂ ਪੋਲੀਨੋਮੀਅਲ ਕਹਿ ਸਕਦੇ ਹਾਂ। ਬਟ ਇੱਥੇ ਫੰਕਸ਼ਨ ਦੀ ਗੱਲ ਹੋ ਰਹੀ ਹੈ ਤਾਂ ਕਾਂਸਟੈਂਟ ਫੰਕਸ਼ਨ ਆਪਾਂ ਅਲੱਗ ਦੱਸਾਂਗੇ। ਦਿਸ ਇਜ਼ ਅ ਕਾਂਸਟੈਂਟ ਫੰਕਸ਼ਨ, ਦਿਸ ਇਜ਼ ਪੋਲੀਨੋਮੀਅਲ, ਦਿਸ ਇਜ਼ ਪੋਲੀਨੋਮੀਅਲ ਇਨ x। ਤਾਂ ਇਹਨੂੰ ਇਹ ਪੋਲੀਨੋਮ ਫੰਕਸ਼ਨ ਵੀ ਕੀ ਹੋਏਗਾ, ਹਰ ਇੱਕ ਪੁਆਇੰਟ ਤੇ ਕੀ ਹੋਏਗਾ, ਕੰਟੀਨਿਊਸ ਹੋਏਗਾ। ਥਰਡ ਹੈ ਪੁੱਤਰ ਰੇਸ਼ਨਲ ਫੰਕਸ਼ਨ। ਰੇਸ਼ਨਲ ਫੰਕਸ਼ਨ ਕੀ ਹੈ, ਨਿਊਮੀਰੇਟਰ ਅਪੋਨ ਡਿਨੋਮੀਨੇਟਰ। ਜੋ ਰੇਸ਼ਨਲ ਫੰਕਸ਼ਨ ਤੇ ਪੋਲੀਨੋਮੀਅਲ ਦਾ ਕੀ ਡਿਫਰੈਂਸ ਹੈ, ਇਹਦੇ ਵਿੱਚ ਪੁੱਤਰ ਰੇਸ਼ਨਲ ਫੰਕਸ਼ਨ ਕਿੱਥੇ ਕੰਟੀਨਿਊਸ ਹੋਏਗਾ, ਐਟ ਐਵਰੀ ਪੁਆਇੰਟ ਆਫ ਇਟਸ ਡੋਮੇਨ। ਡੋਮੇਨ ਕਿਸ ਚੀਜ਼ ਨੂੰ ਕਹਿੰਦੇ, ਜਿਸ ਉਹ ਪੁਆਇੰਟਸ ਜਿੱਤੇ ਰੇਸ਼ਨਲ ਫੰਕਸ਼ਨ ਸਾਰਾ ਡਿਫਾਈਨ ਹੋ ਰਿਹਾ, ਦੈਟ ਇਜ਼ ਡੋਮੇਨ। ਹੁਣ ਤੁਸੀਂ ਦੇਖੋਗੇ ਜੇ ਇੱਥੇ x ਦੀ ਵੈਲਿਊ -1 ਹੈ ਤਾਂ -1 ਤੇ -1 ਪੁੱਟ ਕਰਾਂਗੇ ਤਾਂ -1 + 1 ਕਿੰਨਾ ਹੋਏਗਾ 0, ਸਮਥਿੰਗ ਅਪੋਨ 0, ਦੈਟ ਇਜ਼ ਨਾਟ ਡਿਫਾਈਨ। ਜੇ ਚੀਜ਼ ਡਿਫਾਈਨ ਨਹੀਂ ਹੈ ਤਾਂ ਉਹ ਆਪਾਂ ਡੋਮੇਨ 'ਚ ਨਹੀਂ ਲਵਾਂਗੇ। ਹੋਰ ਸਾਰੇ ਪੁਆਇੰਟਸ ਤੇ ਰੇਸ਼ਨਲ ਫੰਕਸ਼ਨ ਕੀ ਹੋਣਗੇ, ਕੰਟੀਨਿਊਸ ਹੋਣਗੇ। ਕੋਈ ਵੀ ਪੁਆਇੰਟਸ ਲਵਾਂਗੇ ਆਪਾਂ ਤਾਂ ਇਹ 'ਤੇ ਕੀ ਆਉਣਗੇ ਪੁੱਤਰੋ, ਕੰਟੀਨਿਊਸ। ਹੁਣ ਆਪਾਂ ਥੋੜਾ ਟ੍ਰਿਗਨੋਮੈਟਰੀ ਫੰਕਸ਼ਨ ਦੀ ਦੇਖਦੇ ਹਾਂ। ਟ੍ਰਿਗਨੋਮੈਟਰੀ ਫੰਕਸ਼ਨ ਕਿਹੜੇ ਕਿਹੜੇ ਹੈ, ਉਹ ਕਿੱਥੇ ਕਿੱਥੇ ਪੁੱਤਰ ਕੰਟੀਨਿਊਸ ਹੋਣਗੇ। ਜਿਹੜੀ ਉਹਨਾਂ ਦੀ ਡੋਮੇਨ ਹੋਏਗੀ, ਟ੍ਰਿਗਨੋਮੈਟਰੀ ਫੰਕਸ਼ਨ ਵੀ ਆਪਣੀ ਡੋਮੇਨ ਤੇ ਹੀ ਕੰਟੀਨਿਊਸ ਹੋਣਗੇ ਸਾਰੇ। ਮੈਂ ਲਿਖ ਰਿਹਾ ਥੋੜਾ ਟ੍ਰਿਗਨੋਮੈਟਰੀ ਫੰਕਸ਼ਨ, ਤੁਸੀਂ ਇਹਨਾਂ ਵੈਲ ਨੋਨ ਹੋ, ਜਿਵੇਂ sin x ਹੈ ਤਾਂ sin x ਸਾਰੇ ਰੀਅਲ ਨੰਬਰ ਵਾਸਤੇ ਕੀ ਇਹਦੀ ਡੋਮੇਨ ਹੈ, ਕੰਟੀਨਿਊਸ ਹੈ sin x ਐਟ r। ਠੀਕ ਹੈ, x ਦੀ ਵੈਲਿਊ ਕਿੰਨੀ ਹੋਏਗੀ, x ਕਿਹਨੂੰ ਬਿਲੋਂਗ ਕਰੇ, ਡੋਮੇਨ x, ਤਾਂ sin x ਹੋਏਗਾ। ਸੈਕੰਡ ਹੈ cos x। cos x ਵੀ x ਦੀ ਵੈਲਿਊ ਰੀਅਲ ਤੇ ਕੀ ਹੋਏਗਾ, ਇਹ ਕੰਟੀਨਿਊਸ ਹੋਏਗਾ। x ਕੀ ਹੈ, ਡੋਮੇਨ ਹੈ, ਤਾਂ ਸਾਰਾ cos x ਰੇਂਜ ਹੁੰਦੀ ਹੈ ਪੁੱਤਰ, ਇੱਥੇ x ਡੋਮੇਨ, ਸਾਰਾ sin x ਕੀ ਹੈ, ਰੇਂਜ। ਤਾਂ ਆਪਾਂ ਕਹਿ ਸਕਦੇ ਹਾਂ x ਦੀ ਵੈਲਿਊ ਕੋਈ ਵੀ ਰੀਅਲ ਹੋਵੇ ਤੇ sin cos x ਕੀ ਹੋਣਗੇ, ਕੰਟੀਨਿਊਸ ਹੋਣਗੇ, ਕੰਟੀਨਿਊਸ ਹੋਣਗੇ ਦੋਨੋਂ ਇਹ। ਠੀਕ ਹੈ ਪੁੱਤਰ। ਸੈਕੰਡ ਲੈਂਦੇ ਆਪਾਂ sin cos tan x। tan x ਦੀ ਵੈਲਿਊ ਕੀ ਹੁੰਦੀ ਹੈ, sin x ਅਪੋਨ cos x। ਇੱਕ ਮੈਂ secant x ਲੈ ਲਿਆ, secant x ਕੀ ਹੈ ਪੁੱਤਰ, 1 ਅਪੋਨ cos x। ਤੁਸੀਂ ਦੇਖਦੇ ਹੋ ਕਿਉਂਕਿ cos x ਹੈ ਜੋ ਡਿਨੋਮੀਨੇਟਰ ਦੇ ਵਿੱਚ ਹੈ, ਜੇਕਰ ਪੁੱਤਰ ਆਪਾਂ ਇੱਥੇ ਵੈਲਿਊ 0 ਹੋ ਜਾਵੇ ਤਾਂ ਇਹ ਫੰਕਸ਼ਨ ਆਪਣੇ ਡਿਫਾਈਨ ਨਹੀਂ ਹੋਣਗੇ। ਜਿਹੜਾ ਡਿਫਾਈਨ ਨਹੀਂ ਹੁੰਦਾ ਉਹ ਕੰਟੀਨਿਊਸ ਨਹੀਂ ਹੁੰਦਾ। ਤਾਂ cos x ਨੂੰ ਆਪਾਂ 0 ਨਹੀਂ ਹੋਣ ਦੇਣਾ, ਤੇ ਆਪਾਂ ਦੇਖਾਂਗੇ ਜਿਹੜਾ cos x ਜਿੱਥੇ 0 ਹੋ ਰਿਹਾ ਉਹ ਇਹਦੀ ਡੋਮੇਨ ਨਹੀਂ ਹੈ। ਤਾਂ ਤੁਹਾਨੂੰ +1 ਦੇ ਵਿੱਚ ਕੀਤਾ ਹੈ, ਜਿਹੜਾ cos x ਹੈ, ਜੇ x ਕਿਹਨੂੰ ਬਿਲੋਂਗ ਕਰਦਾ ਗਾ, x ਦੀ ਵੈਲਿਊ ਕਿੰਨੀ ਹੈ ਪੁੱਤਰ, 2, x ਦੀ ਵੈਲਿਊ ਹੋਏਗੀ ਪੁੱਤਰ 2n + 1 π/2। ਜਾਂ ਮੈਂ ਕਹਿ ਰਿਹਾ
0 ਨੂੰ ਲੈ ਕੇ ਜਿੰਨੇ ਵੀ ਨੈਗੇਟਿਵ ਤੇ ਪੋਜ਼ਿਟਿਵ ਓਡ ਇੰਟੀਜ਼ਰ ਹੈ ਉੱਥੇ ਕੀ ਹੋਏਗਾ cos x। ਇਸ x ਦੀ ਵੈਲਿਊ ਤੇ ਕੀ ਹੈ cos x ਦੀ ਵੈਲਿਊ 0 ਹੈ ਜਦੋਂ x ਇਹ ਹੋਏਗਾ। ਇਹਦਾ ਮਤਲਬ ਆਪਾਂ ਇਹ ਡੋਮੇਨ 'ਚ ਟਰਮ ਨਹੀਂ ਆਏਗੀ, ਤਾਂ ਡੋਮੇਨ 'ਚੋਂ ਇਹ ਟਰਮ ਨੂੰ ਆਪਾਂ ਛੱਡ ਦਿਆਂਗੇ। ਜਿੰਨੇ ਵੀ ਰੀਅਲ ਨੰਬਰ ਹੈ, ਜਿੰਨੇ ਵੀ ਰੀਅਲ 'ਚੋਂ ਆ ਚੀਜ਼ ਕੀ ਹੋ ਜਾਏਗੀ ਮਾਈਨਸ ਹੋ ਜਾਏਗੀ। ਉਸੇ ਤਰ੍ਹਾਂ ਸੀਕੈਂਡ ਐਕਸ ਵੀ ਸਾਰੇ ਰੀਅਲ ਦੇ ਵਿੱਚੋਂ ਕੀ ਹੋ ਜਾਏਗਾ ਪੁੱਤਰ 2n+1 ਨੂੰ ਆਪਾਂ ਛੱਡ ਦਿਆਂਗੇ ਤਾਂ ਇਸ ਦੀ ਵੈਲਿਊ ਡਿਫਾਈਨ ਹੋ ਜਾਵੇਗੀ। ਕਲੀਅਰ ਹੋ ਰਿਹਾ ਪੁੱਤਰ? ਕਿਉਂਕਿ ਆਹ ਪੁਆਇੰਟ ਮੈਂ ਕਿਉਂ ਛੱਡਿਆ, ਆਹ ਦੋਨੋਂ ਰੀਅਲ ਤੇ ਸੀਗੇ, ਇਹ ਰੀਅਲ ਤੇ ਕਿਉਂ ਨਹੀਂ ਹੈ tan x ਰੀਅਲ ਤੇ ਕਿਉਂ ਨਹੀਂ ਹੈ ਕਿਉਂਕਿ sin x upon cos x ਇਹਦੀ ਵੈਲਿਊ cos x ਇਸ ਵੈਲਿਊ ਤੇ ਡਿਫਾਈਨ ਨਹੀਂ ਹੈ, ਇਸ ਕਰਕੇ ਇਹਨੂੰ ਆਪਾਂ ਨੈਗੇਟਿਵ ਹੈ। ਦੂਜੀ ਦੀ ਡੋਮੇਨ, ਇਹ ਡੋਮੇਨ ਹੋ ਗਈ ਸਾਰੀ ਟੋਟਲ ਕੀ ਹੈ ਇਹਦੀ ਡੋਮੇਨ। ਉਸੇ ਤਰ੍ਹਾਂ ਸੈਕੰਡ x ਦੀ ਡੋਮੇਨ ਕੀ ਹੈ 1/cos x, ਤਾਂ cos x ਫਿਰ ਡਿਫਾਈਨ ਨਹੀਂ ਹੈ, ਇਸ ਵੈਲਿਊ ਤੇ ਡਿਫਾਈਨ ਨਹੀਂ ਹੈ, ਤੇ ਇਸ ਦੇ ਟੋਟਲ ਤੇ ਡਿਫਾਈਨ ਹੈ ਰੀਅਲ ਦੇ ਵਿੱਚੋਂ ਜੇ ਆਪਾਂ ਛੱਡ ਦਈਏ ਇਹਨੂੰ ਮਾਈਨਸ ਕਰ ਦਈਏ। ਉਹ ਤੋਂ ਬਾਅਦ 2 ਨੰਬਰ ਕਿਹੜੇ sin cos tan secant cosecant x ਦੀ ਵੈਲਿਊ ਕਿੰਨੀ ਹੈ ਪੁੱਤਰ 1/sin x cot x ਦੀ ਵੈਲਿਊ ਕਿੰਨੀ ਹੈ cos x ਬਾਏ sin x। ਹੁਣ ਇਸ ਨੰਬਰ ਦੇ ਵਿੱਚ ਦੇਖੋਗੇ ਤੁਸੀਂ ਕੋਸਿਕੈਂਟ ਤੇ cot ਦੇ ਵਿੱਚ ਕੀ ਦੇਖੋਗੇ ਪੁੱਤਰ, ਜੋ sin x ਹੈ sin x ਕਿੱਥੇ ਡਿਫਾਈਨ ਨਹੀਂ ਹੈ, ਜਦੋਂ x ਦੀ ਵੈਲਿਊ ਕਿੰਨੀ ਹੈ ਪੁੱਤਰ x ਦੀ ਵੈਲਿਊ ਕੀ ਹੋਗੀ n ਪਾਈ, n ਕੀ ਇੱਥੇ ਇੰਟੀਜ਼ਰ ਹੈ ਇੱਕ, n ਬਿਲੋਂਗਸ ਟੂ ਇੰਟੀਜ਼ਰ, ਪਾਈ 2 ਪਾਈ 3 ਪਾਈ ਪਾਈ -2 ਪਾਈ, ਇਹਨਾਂ ਤੇ ਸਾਈਨ ਡਿਫਾਈਨ ਨਹੀਂ ਹੈ, ਤਾਂ ਉਹ ਡਿਫਾਈਨ ਨੂੰ ਆਪਾਂ ਇਸ ਵੈਲਿਊ ਨੂੰ ਡੋਮੇਨ ਵਾਸਤੇ ਰੇਂਜ ਚੋਂ ਇਹ ਵੈਲਿਊ ਕੀ ਹੋ ਜਾਏਗੀ ਮਾਈਨਸ। ਠੀਕ ਹੈ, ਜੇ ਮੈਂ ਕਹਿ ਦਿਆਂ ਜੋ ਆ ਮੈਂ ਸਰਕਲ ਦੇ ਵਿੱਚ ਚੀਜ਼ਾਂ ਲਿਖੀਆਂ ਨੇ, ਸਰਕਲ ਦੇ ਵਿੱਚ ਲਿਖੀ ਹੋਈ ਹੈ ਇਹ ਡੋਮੇਨ ਹੈ ਸਾਰੇ ਫੰਕਸ਼ਨ ਦੀ, ਇੱਥੇ ਆ ਵੀ ਇਹਨਾਂ ਦੀ ਡੋਮੇਨ ਹੈ, ਡੋਮੇਨ ਰੀਅਲ ਨੰਬਰ ਹੈ। ਤਾਂ ਪੁੱਤਰ ਤੁਸੀਂ ਦੇਖ ਲੈਣਾ ਹੈ ਜਿੱਥੇ ਵੀ ਕੋਈ ਫੰਕਸ਼ਨ ਕੰਟੀਨਿਊਸ ਹੈ ਉੱਥੇ ਡਿਫਾਈਨ ਹੋਣਾ ਜ਼ਰੂਰੀ ਹੈ। ਜਿਹੜੇ ਪੁਆਇੰਟ ਤੇ ਜਿਵੇਂ ਰੇਸ਼ਨਲ ਫੰਕਸ਼ਨ ਦੀ ਆਪਾਂ ਗੱਲ ਕੀਤੀ ਹੈ, ਰੇਸ਼ਨਲ ਫੰਕਸ਼ਨ ਦੇ ਵਿੱਚ ਪੁੱਤਰ ਉਹ ਆਪਣੀ ਡੋਮੇਨ ਤੇ ਹੀ ਕੰਟੀਨਿਊਸ ਹੋਏਗਾ ਐਟ ਐਵਰੀ ਪੁਆਇੰਟ ਆਫ ਇਟਸ ਡੋਮੇਨ। ਠੀਕ ਹੈ, ਉਹ ਤੇ ਆਪਾਂ ਚੈੱਕ ਕਰਾਂਗੇ ਜਿਹੜੀ ਡੋਮੇਨ ਹੋਏਗੀ ਉਹਦੀ, ਤਾਂ ਡੋਮੇਨ ਥੱਲੇ 1/0 ਨਹੀਂ ਹੋਣਾ ਚਾਹੀਦਾ, ਜੇ 1/0 ਹੈ ਤਾਂ ਨੋਟ ਡਿਫਾਈਨ ਹੈ, ਇਹ ਕਿਸੇ ਵੀ ਮੈਥਮੈਟੀਸ਼ੀਅਨ ਨੇ ਇਹਦੀ ਵੈਲਿਊ ਫਾਈਂਡ ਨਹੀਂ ਕੀਤੀ। ਓਕੇ ਬੇਟਾ।